ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵਿਕਸਿਤ ਭਾਰਤ 2047 ਨੌਜਵਾਨਾਂ ਦੀ ਆਵਾਜ਼ ਤਹਿਤ ਸਿੱਖਿਆ ਖੇਤਰ ਨਾਲ ਜੁੜੇ ਮਾਹਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀ ਵਿਕਸਿਤ ਭਾਰਤ ਐਟ 2047 ਨੌਜਵਾਨਾਂ ਦੀ ਆਵਾਜ਼ ਦੀ ਵੀਡੀਓ ਕਾਨਫਰੰਸ ਰਾਹੀਂ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਉਦੇਸ਼ ਭਾਰਤ ਨੂੰ ਵਿਕਸਿਤ ਬਣਾਉਣ ਲਈ ਦੇਸ਼ ਦੇ ਨੌਜਵਾਨਾਂ ਨੂੰ ਇਕਜੁੱਟ ਕਰਨਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਕਸਿਤ ਭਾਰਤ ਲਈ ਕੰਮ ਕਰਨ ਅਤੇ ਇਸ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੇ ਟੀਚੇ ਅਤੇ ਸੰਕਲਪ ਤੈਅ ਕਰਨ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ये भारत के इतिहास का वो कालखंड है जब देश एक क्वांटम जंप लगाने जा रहा है। हमारे इर्द गिर्द ही ऐसे अनेक देशों के उदाहरण हैं जिन्होंने एक तय समय में ऐसा ही क्वांटम जंप लेकर खुद को विकसित बना लिया। ਦੇਸ਼ ਨੂੰ ਵਿਕਸਿਤ ਬਣਾਉਣ ਵਿੱਚ ਨੌਜਵਾਨਾਂ ਦੇ ਯੋਗਦਾਨ ਬਾਰੇ ਸਿੱਖਿਆ ਖੇਤਰ ਨਾਲ ਜੁੜੀਆਂ ਹਸਤੀਆਂ ਦੇ ਵਿਚਾਰ ਜਾਣਨ ਲਈ ਆਕਾਸ਼ਵਾਣੀ ਜਲੰਧਰ ਦੀ ਸਮਾਚਾਰ ਸੇਵਾ ਇਕਾਈ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਗੁਰੂਕੁਲ ਪ੍ਰਣਾਲੀ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦਗਾਰ ਬਣ ਸਕਦੀ ਹੈ। इसमें विश्वविद्यालयों महाविद्यालयों की भूमिका बहुत ही महत्वपूर्ण हो जाती है, क्योंकि ये लर्नर सेंट्रिक और भारत सेंट्रिक शिक्षा पद्धति अपनाने से ही हम कार्य की सिद्धि कर सकते हैं। जो हमारी गुरुकुल शिक्षा पद्धति थी उसके जो मूल लक्षण थे उन सभी लक्षणों को हमें गुरु शिष्य परंपरा को हमें सभी शैक्षणिक संस्थानों में पुनर्स्थापित करने से ही हम इस कार्य को सिद्धि तक ले जा सकते हैं। IIT ਰੋਪੜ ਅਤੇ IIT ਗੁਹਾਟੀ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਅਹੂਜਾ ਨੇ ਸਾਰੇ ਵਿਦਿਅਕ ਅਦਾਰਿਆਂ ਵੱਲੋਂ ਸਾਂਝੇ ਤੌਰ ਤੇ ਹੰਭਲਾ ਮਾਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। सबको इंटीग्रेट करके एजुकेशन का क्या एम्पावर्ड, कैसे हम इंडिया की जो पॉपुलेशन को कैसे एम्पावर्ड कर सकते हैं, जो कि विच विल लीड टू ए विकसित भारत बाय 2047। और हमारे लिए एक अच्छा अनुभव रहा। इसमें हमको एज ए टीम वर्क काम करना है कि ऑल एकेडमिक इंस्टीट्यूशन हैज टू वर्क टुगेदर, कि और जो इंडिविजुअल इंस्टीट्यूशंस अकेला कुछ नहीं कर पाएगा, इसलिए हमको सबको मिलके साथ में काम करना है। और जो प्रधानमंत्री जी का जो विकसित भारत का जो विजन है उसको हम पूरा कर रहे हैं। और वी आर ऑलरेडी वर्किंग ऑन दिस लाइन एट द IITs and we are working with a different institution and we are focusing more on research and innovation। ਉਧਰ ਜ਼ਿਲ੍ਹਾ ਮੋਗਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਇਸ ਬਾਰੇ ਕਹਿਣਾ ਹੈ, ਮੈਂ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ। ਦੇਸ਼ ਨੂੰ ਵਿਕਸਿਤ ਬਣਾਉਣ ਵਾਸਤੇ ਨੌਜਵਾਨਾਂ ਦੀ ਮੁੱਖ ਭੂਮਿਕਾ ਹੁੰਦੀ ਹੈ। ਇਸ ਲਈ ਸਾਡੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਇਹ ਸਿੱਖਿਆ ਕਿੱਤਾ ਮੁਖੀ ਨੂੰ ਧਿਆਨ ਵਿੱਚ ਰੱਖ ਕੇ ਕਰਨ ਨਾਲ ਦੇਸ਼ ਤਕਨੀਕੀ ਪੱਖੋਂ ਜ਼ਿਆਦਾ ਵਿਕਸਿਤ ਹੋਵੇਗਾ। ਨੌਜਵਾਨਾਂ ਨੂੰ ਉਹ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਜਾਣ ਦੇ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਕੰਮਕਾਰ ਕਰਨੇ ਚਾਹੀਦੇ ਹਨ। ਇਸ ਨਾਲ ਸਾਡੇ ਦੇਸ਼ ਦੀ ਆਰਥਿਕ ਤਰੱਕੀ ਹੋਵੇਗੀ। ਮੈਂ ਤੇਜਿੰਦਰ ਸਿੰਘ ਬੋਲ ਰਿਹਾ ਕਿ ਜਿਹੜੀ ਸਾਡੀ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਲਿਆਂਦੀ ਹੈ, ਜਿਹਦੇ ਵਿੱਚ ਜਿਹੜੀ ਆ ਸਕਿੱਲ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ। ਤੇ ਜਦੋਂ ਜਿਸ ਬੱਚੇ ਦਾ ਜਾਂ ਜਿਸ ਨੌਜਵਾਨ ਦਾ ਇੰਟਰਸਟ ਜਿਸ ਫੀਲਡ ਦੇ ਵਿੱਚ ਹੋਵੇਗਾ, ਜਦੋਂ ਉਹਦੇ ਵਿੱਚ ਕੰਮ ਕਰੇਗਾ ਤਾਂ ਉਹ ਨਿਸ਼ਚਿਤ ਹੀ ਕਿ ਆਪਣੇ ਸੁਭਾਅ ਦੇ ਮੁਤਾਬਕ ਦੇਸ਼ ਦੀ ਸੇਵਾ ਕਰ ਸਕੇਗਾ। ਮੇਰਾ ਨਾਮ ਰਿਤਿਕਾ ਹੈ। ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਲਈ ਨੌਜਵਾਨ ਅਹਿਮ ਭੂਮਿਕਾ ਨਿਭਾ ਸਕਦੇ ਹਨ। ਵਿਕਸਿਤ ਭਾਰਤ ਅਭਿਆਨ ਨਾਲ ਨੌਜਵਾਨਾਂ ਵਿੱਚ ਨਵੀਂ ਚੇਤਨਤਾ ਆ ਰਹੀ ਹੈ। ਭਾਵੇਂ ਸਟਾਰਟਅਪ ਹੋਵੇ ਜਾਂ ਸਕਿੱਲ ਇੰਡੀਆ ਮੁਹਿੰਮ, ਨੌਜਵਾਨ ਅੰਦਰ ਨਵਾਂ ਉਤਸ਼ਾਹ ਹੈ। ਨੌਜਵਾਨ ਭਾਰਤ ਦੇ ਨਵ ਨਿਰਮਾਣ ਲਈ ਅੱਗੇ ਵਧਣ ਵਾਸਤੇ ਤਤਪਰ ਹਨ। ਜ਼ਿਲ੍ਹਾ ਫਾਜ਼ਿਲਕਾ ਦੇ DAV ਕਾਲਜ ਆਫ ਐਜੂਕੇਸ਼ਨ ਅਬੋਹਰ ਦੇ ਸਹਾਇਕ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਭਾਰਤੀ ਸੱਭਿਆਚਾਰ ਨਾਲ ਜੁੜ ਕੇ ਅੱਗੇ ਵਧਣਾ ਚਾਹੀਦਾ है। मैं शीबा हमें युवाओं की ऊर्जा को खेलों में, सभ्याचारक गतिविधियों में और उनकी शिक्षा एवं ज्ञान को भारतीय संस्कृति से जोड़ना चाहिए। साथ ही भारतीय युवाओं को चाहिए कि वे अपने अंदर की छुपी हुई प्रतिभाओं को खोजे, पहचाने एवं देश की आर्थिक स्थिति को मजबूत बनाने के सफल प्रयास करें। उसके लिए उन्हें विदेशों में ना जाकर अपने देश में ही रहकर प्रगति के प्रयास करने चाहिए। मैं राजपाल कौर। नौजवानों ਨੂੰ ਆਪਣੇ ਦੇਸ਼ ਦੇ ਸੱਭਿਆਚਾਰ ਸੰਸਕ੍ਰਿਤੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਅਤੇ ਹੋਰ ਬੁਰੀਆਂ ਆਦਤਾਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਚਾਹੀਦਾ ਹੈ। ਅਜੋਕੇ ਯੁੱਗ ਦੀ ਸਭ ਤੋਂ ਵੱਡੀ ਲੋੜ ਤਕਨੀਕੀ ਸਿੱਖਿਆ
ਉਸ ਵਿੱਚ ਨੌਜਵਾਨਾਂ ਨੂੰ ਆਪਣੇ ਆਪ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ। ਮੈਂ ਮਨਪ੍ਰੀਤ ਸਿੰਘ। ਇਹ ਸਿੱਖਿਆ ਕਿੱਤਾ ਮੁਖੀ ਨੂੰ ਧਿਆਨ ਵਿੱਚ ਰੱਖ ਕੇ ਕਰਨ ਨਾਲ ਦੇਸ਼ ਤਕਨੀਕੀ ਪੱਖੋਂ ਜ਼ਿਆਦਾ ਵਿਕਸਿਤ ਹੋਵੇਗਾ। ਸਾਡੇ ਨੌਜਵਾਨਾਂ ਨੂੰ ਆਪਣੀ ਸਿਹਤ ਪ੍ਰਤੀ ਵੀ ਜਾਗਰੂਕ ਹੋਣ ਦੀ ਲੋੜ ਹੈ, ਤਾਂ ਕਿ ਜੇਕਰ ਸਾਡੇ ਨੌਜਵਾਨ ਸਿਹਤ ਪੱਖੋਂ ਚੰਗੇ ਹੋਣਗੇ ਤਾਂ ਸਾਡੇ ਦੇਸ਼ ਬਹੁਤ ਹੀ ਜਲਦ ਤਰੱਕੀ ਕਰੇਗਾ। ਫਾਜ਼ਿਲਕਾ ਦੇ ਹੀ ਸੁਧਾ ਕਟਾਰੀਆ ਨੇ ਕਿਹਾ, ਮੈਂ ਕੇਂਦਰ ਸਰਕਾਰ ਦੇ ਇਸ ਟੀਚੇ ਨੂੰ ਦੇ ਪੂਰਾ ਹੋਣ ਲਈ ਸਿੱਖਿਅਕ ਸੰਸਥਾਵਾਂ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੰਦੀ ਹਾਂ। ਇਸ ਟੀਚੇ ਨੂੰ ਪੂਰਾ ਕਰਨ ਨਾਲ ਭਾਰਤ ਦੇਸ਼ ਦੀ ਅਰਥ ਵਿਵਸਥਾ ਵਿੱਚ ਵੀ ਤੇਜ਼ੀ ਨਾਲ ਸੁਧਾਰ ਹੋਣ ਦੀ ਉਮੀਦ ਹੈ। ਫਰੀਦਕੋਟ ਤੋਂ ਰਾਕੇਸ਼ ਸ਼ਰਮਾ ਅਤੇ ਹੈਪੀ ਬਰਾੜ ਨੇ ਕਿਹਾ ਕਿ ਨੌਜਵਾਨ ਆਪਣੇ ਹੁਨਰ ਅਤੇ ਆਧੁਨਿਕ ਖੇਤੀ ਨਾਲ ਆਪਣਾ ਯੋਗਦਾਨ ਪਾ ਸਕਦੇ ਨੇ। ਨੌਜਵਾਨਾਂ ਦਾ ਯੋਗਦਾਨ, ਜਿਵੇਂ ਕਿ ਨੌਜਵਾਨਾਂ ਨੂੰ ਸਕਿੱਲ ਵਰਕ, ਆਧੁਨਿਕ ਖੇਤੀ, ਦੇਸ਼ ਨੂੰ ਆਰਗੈਨਿਕ ਖੇਤੀ ਵੱਲ ਵਧਾਉਣਾ, ਦੇਸ਼ ਨੂੰ ਬਾਹਰੀ ਤੇ ਅੰਦਰੂਨੀ ਖਤਰਿਆਂ ਤੋਂ ਬਚਾਉਣ ਵਾਸਤੇ ਆਧੁਨਿਕ ਟ੍ਰੇਨਿੰਗ, ਦੇਸ਼ ਨੂੰ ਨਵੀਂ ਤਕਨੀਕ ਦੀ ਐਜੂਕੇਸ਼ਨ, ਇੰਫਰਾਸਟ੍ਰਕਚਰ ਅਤੇ ਐਂਟਰਪ੍ਰੇਨਿਓਰਸ਼ਿਪ ਵੱਲ ਵਧਾਉਣਾ ਤੇ ਅੰਤ ਵਿੱਚ ਖੇਡਾਂ ਦੇ ਖੇਤਰ ਵਿੱਚ ਨੌਜਵਾਨ ਨੂੰ ਬੜਾਵਾ ਦੇਣਾ। ਯੁਵਾ ਜਨ ਹੈਗੇ ਆ, ਮੰਨ ਲਓ MA BEd ਕਰ ਲਈ ਉਹਨਾਂ ਨੇ ਜਾਂ ਫਿਰ MPhil ਕਰ ਲਈ, ਹੋਰ ਆ, ਉਹ ਸਰਕਾਰੀ ਨੌਕਰੀ ਨੂੰ ਲੋਚਦੇ ਆ। ਉਹਨਾਂ ਯੁਵਾਵਾਂ ਨੂੰ ਪੜ੍ਹ ਲਿਖ ਕੇ ਆਪਦੇ ਨਿੱਜੀ ਖੇਤਰ ਦੇ ਵੱਲ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ, ਤਾਂ ਜੋ ਉਧਰ ਵੀ ਬੁਲੰਦੀਆਂ ਬਹੁਤ ਜ਼ਿਆਦਾ ਹੈਗੀਆਂ ਨਿੱਜੀ ਖੇਤਰ ਦੇ ਵਿੱਚ। ਜ਼ਿਲ੍ਹਾ ਪਠਾਨਕੋਟ ਦੇ ਅਧਿਆਪਕ ਪੰਕਜ ਮਾਲਾ ਅਤੇ ਡਾਕਟਰ ਆਰਤੀ ਮੁਤਾਬਕ ਨੌਜਵਾਨ ਪੀੜ੍ਹੀ ਨੂੰ ਸਵੈ ਰੋਜ਼ਗਾਰ ਵੱਲ ਅੱਗੇ ਵਧਣਾ ਚਾਹੀਦਾ है। युवा वर्ग जो भविष्य को बनाने के लिए विदेशों में जाने की सोचता है तो निश्चित तौर पर एक चिंता जरूर होती है। इसका सबसे बड़ा कारण यही है कि युवा वर्ग के मन में एक बात बैठ गई है कि भारत में शायद उनका कोई भविष्य नहीं है। तो इस भविष्य को उज्जवल बनाने के लिए चाहिए सरकार को कि युवा वर्ग के लिए यहाँ रोजगार के अवसर उपलब्ध कराए, उन्हें पैदा करे, ताकि वो पलायन करने की ना सोचे। कि युवा वर्ग को अपने कारोबार, अपना निजी कारोबारों की तरफ बढ़ना चाहिए, स्वयं रोजगार की तरफ बढ़ना चाहिए, क्योंकि जो स्वयं रोजगार है उसके अवसर कभी भी कम नहीं होते। ਮੁਹਾਲੀ ਤੋਂ ਸੇਵਾ ਮੁਕਤ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਇਸ ਨੂੰ ਸਰਕਾਰ ਦਾ ਇੱਕ ਚੰਗਾ ਉਪਰਾਲਾ ਦੱਸਿਆ। ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਲਈ ਰੋਜ਼ਗਾਰ ਵਾਲੇ ਪਾਸੇ ਵੀ ਸਾਨੂੰ ਥੋੜਾ ਸਕੀਮਾਂ ਬਣਾਉਣੀ ਚਾਹੀਦੀ ਹੈ, ਜਾਂ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਨੌਜਵਾਨ ਬਾਹਰ ਵਾਲੇ ਪਾਸੇ ਨਾ ਝਾਕਣ। ਉਹ ਆਪਣੇ ਦੇਸ਼ ਦੇ ਵਿੱਚ ਕੰਮ ਕਰਕੇ ਉਹਨਾਂ ਦੀ ਜਿਹੜਾ ਟੈਲੈਂਟ ਹੈ ਇੱਥੇ ਯੂਜ਼ ਹੋਵੇ, ਤੇ ਜਿਹੜਾ ਬ੍ਰੇਨ ਜਿਹੜਾ ਉਹਨਾਂ ਦਾ ਫਾਇਦਾ ਹੈ ਸਮਾਜ ਨੂੰ ਹੋਵੇ, ਸਾਡੇ ਦੇਸ਼ ਨੂੰ ਹੋਵੇ, ਤੇ ਸਾਡਾ ਦੇਸ਼ ਹੋਰ ਤਰੱਕੀ ਕਰ ਸਕੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੁੱਖ ਲਾਇਬ੍ਰੇਰੀ ਵਿੱਚ ਡਿਪਟੀ ਲਾਇਬ੍ਰੇਰੀਅਨ ਵਜੋਂ ਸੇਵਾਵਾਂ ਨਿਭਾ ਰਹੇ ਡਾਕਟਰ नीरज कुमार सिंह ने आकाशवाणी ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, 2047 में भारत कैसा होगा ये भविष्यवाणी करना तो मुश्किल है, परंतु कई सकारात्मक संकेत हैं जो हमें आशावादी बनाते हैं। जैसे भारत दुनिया की प्रमुख आर्थिक शक्तियों में से एक हो सकता है। विनिर्माण, सेवा क्षेत्र और कृषि में बढ़ोतरी संभावित है। हरित ऊर्जा और तकनीकी नवाचारों पर फोकस से पर्यावरण अनुकूल विकास का लक्ष्य हो सकता है। भारत 2047 तक विश्व में ज्ञान और शिक्षा का केंद्र बन सकता है। भारत विश्व स्तरीय शिक्षा संसाधनों का केंद्र बन सकता है। युवाओं में रचनात्मक उद्यमशीलता और नवाचार को बढ़ावा मिल सकता है। ਵਿਕਸਿਤ ਭਾਰਤ 2047 ਨੌਜਵਾਨਾਂ ਦੀ ਆਵਾਜ਼ ਲਈ ਸਕੂਲ ਦੇ ਵਿਦਿਆਰਥੀਆਂ ਵਿੱਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਉਣ ਦੇ ਵਿਦਿਆਰਥੀਆਂ ਜਸ਼ਨਪ੍ਰੀਤ ਕੌਰ ਅਤੇ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ, ਖਾਸ ਤੌਰ ਤੇ ਜਦੋਂ ਸਰਕਾਰ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਪਿੰਡਾਂ ਵਿੱਚ ਹੀ ਆਮਦਨ ਦੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਸਾਰੇ ਨੌਜਵਾਨ ਰਲ ਕੇ ਮਜ਼ਬੂਤ ਰਾਸ਼ਟਰ ਸ਼ਕਤੀ ਦੇ ਤੌਰ ਤੇ ਉਪਲਬਧ ਦੇ ਹਨ। ਵਿਕਸਿਤ ਭਾਰਤ 2047 ਭਵਿੱਖ ਦੇ ਸੁਪਨਿਆਂ ਦੀ ਇੱਕ ਅਜਿਹੀ ਉਡਾਨ ਹੈ ਜੋ ਸਾਨੂੰ ਸਾਰਿਆਂ ਨੂੰ ਖੁਸ਼ਹਾਲ ਭਵਿੱਖ ਵੱਲ ਲੈ ਕੇ ਜਾਂਦੀ है। एक विद्यार्थी के तौर पर मैं ये उम्मीद करती हूँ कि आर्थिक विकास के पथ पर आगे बढ़ते हुए इस देश में महिलाओं के लिए और अधिक मौके उपलब्ध होंगे तथा महिलाएं उच्च शिक्षा प्राप्त करके विभिन्न कार्य क्षेत्रों में खुद को साबित कर सकेंगी। ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਹਾਈ ਸਕੂਲ ਦੀਵਾਨ ਖੇੜਾ ਦੀਆਂ ਵਿਦਿਆਰਥਣਾਂ ਸੁਮਨ ਮਨੀਸ਼ਾ ਦਾ ਮੰਨਣਾ ਹੈ ਕਿ ਅੱਜ ਦੇ ਨੌਜਵਾਨ ਆਪਣੇ ਹੁਨਰ ਨਾਲ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਗੇ। ਅੱਜ ਦੇ ਨੌਜਵਾਨ ਜੇਕਰ ਉਹ ਆਪਣੇ ਹੁਨਰ ਤਰਾਸ਼ ਕੇ ਉਹਨਾਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਅਤੇ ਆਪਣੀਆਂ ਖੂਬੀਆਂ ਪੇਸ਼ ਕਰਨ ਦੀ ਕਾਬਲੀਅਤ ਰੱਖਣ ਤਾਂ ਸਾਡਾ ਦੇਸ਼ ਬਾਕੀ ਕਈ ਵਿਕਸਿਤ ਦੇਸ਼ਾਂ ਨੂੰ ਪਿੱਛੇ ਛੱਡ ਸਕਦਾ ਹੈ। ਵਿਦਿਆਰਥੀ ਅਤੇ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ। ਮੈਂ ਸੋਚਦੀ ਹਾਂ ਕਿ ਸਾਡੇ ਦੇਸ਼ ਦੇ ਨੌਜਵਾਨ ਸਾਡੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਆ ਸਕਦੇ ਹਨ। ਜੇਕਰ ਉਹ ਸਭ ਆਪਣੀਆਂ ਖੂਬੀਆਂ ਤਲਾਸ਼ਣ ਤਾਂ ਹੀ ਇਹ ਸਭ ਕੁਝ ਹੋ ਸਕਦਾ ਹੈ। ਸਾਡਾ ਦੇਸ਼ ਇੱਕ ਦੂਜੇ ਦੇਸ਼ ਲਈ ਇੱਕ ਮਿਸਾਲ ਬਣ ਸਕਦਾ ਹੈ। ਜੇਕਰ ਉਹ ਸਭ ਆਪਣਾ ਯੋਗਦਾਨ ਪਾਉਣ ਤਾਂ ਹੀ ਇਹ ਸਭ ਕੁਝ ਹੋ ਸਕਦਾ ਹੈ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ, ਵਾਚਿਕਾ ਚੰਚਲ ਸ਼ਰਮਾ, ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ।